सतनाम वाहिगुरु साहिब जीओ। आसा महला पंजवा। भई परापत मानुख दे हुरिया, गोबिंद मिलन की एह तेरी बरिया। भई परापत मानुख दे हुरिया, गोबिंद मिलन की एह तेरी बरिया। अवर काज तेरे कितै न काम, मिल साध संगत भज केवल नाम। सरंजाम लाग भव जल तरन कै, जन्म बिरथा जात रंग माया कै रहाऊ। जब तब संयम धर्म ना कमाया, सेवा साधना जानिया हर राया। कहो नानक हम नीच कर्मा, शरण परे की राखो शर्मा। कहो नानक हम नीच कर्मा, शरण परे की राखो शर्मा। वाहिगुरु जी का खालसा, वाहिगुरु जी की फतेह। सतगुरु गरीब नवाज पातशाह, दसां पातशाहियां दे स्वरूप श्री गुरु ग्रंथ साहिब महाराज जी की हजूरी अंदर सभाएमान सत्कारयोग सन्मानयोग साध संगत जी, आप जी अमृत वेले दे दीवान विच गुरु चरना विच पहुँच के नमस्कार करके जीवन नूं भागशाली बनाया है। लड़ीवार चलदी गुरु शब्द के विचार अधीन अज दा शब्द आसा विच पंचम पातशाह शहीदां दे सिरताज बाणी के बोध गुरु अर्जन देव पातशाह द्वारा उच्चारण किया गया और सतगुरु गुरु ग्रंथ साहिब जी की बाणी विच 12 अंग ते शोभायमान है। और ये शब्द शाम की नितनेम की बाणी रहरास साहिब विच पढ़िया जाता है। जिवें कि सतगुरु जी की पावन पवित्र बाणी विच मनुखी देह बारे शरीर बारे बहुत सारे शब्द उचारे गए हैं। भावें कि ये इत्थों मिट्टी का बनया हुआ एक भांडा ही है, पर सतगुरु ने बाणी विच इस शरीर के गुण दसे ने। इस शरीर के अंदर किहड़ियां बख्शिशां हन ते जे असीं उन्हां नूं लाभ ना प्राप्त कीता ते व्यर्थ विच चलियां जांदियां। इस देह दे विच जिहड़ी कि 5 तत्तां दी बनी है, सतगुरु कहंदे एक बहुत वड्डी दात है, बड़ी वड्डी नियामत है। बड़े वड्डे भागां नाल ये हीरा मिलदा है, ये शरीर जिहड़ा है। पर हुण जे उस हीरे दी सार नहीं, उस हीरे बारे असीं जाणदे नहीं, ते कई बारी हीरे नूं रोड़ा समझ के बंदा वैसे सिट दिंदा। जिवें कि कबीर साहब कहते ने, कबीर एक अचंभो देखिया हीरा हाट बिकाए। हैरानी की गल कहते, हीरा दुकान ते इस तरह बेचिया जा रहा जिवें आम सौदा, आम चीज़ां बेची दियां। इहदा कारण यह है भी उस दुकानदार नूं उस हीरे की कीमत का पता ही नहीं है। इसे तरह आ जिहड़ी देह है, आ जिहड़ा शरीर है, ना समझ होने करके इन्ना कीमती शरीर असी एक बोझ समझिया जिंदगी का। इनू चलाउणा औखा हो गया साडी जिंदगी में।
ਸਾਡਾ ਨਿਸ਼ਾਨਾ ਸਿਰਫ ਇਸ ਨੂੰ ਪਾਲਣਾ ਪੋਸ਼ਣਾ ਰਹਿ ਗਿਆ। ਪਰ ਸਤਿਗੁਰੂ ਨੇ ਕਿਹਾ ਇਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਬੜੇ ਕੀਮਤੀ ਸਵਾਸ ਪਾਏ ਨੇ। ਜੇ ਇੱਕ ਇੱਕ ਸਾਸ ਨਾਲ ਸਮੇਂ ਦੀ ਤੂੰ ਵਰਤੋਂ ਕਰੇਗਾ ਤੇ ਤੈਨੂੰ ਇੱਕ ਬਹੁਤ ਵੱਡਾ ਖਜ਼ਾਨਾ ਇਸ ਸਰੀਰ ਦੇ ਵਿੱਚ ਜਮ੍ਹਾਂ ਹੋਇਆ ਦਿਸੇਗਾ। ਜਿਵੇਂ ਕਿ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਸ ਮਤ ਵਿੱਚ, ਇਸ ਸਰੀਰ ਦੇ ਵਿੱਚ ਬੜੇ ਵੱਡੇ ਵੱਡੇ ਹੀਰੇ ਜਵਾਹਰਾਤ ਕੀਮਤੀ ਦਾਤਾਂ ਹਨ। ਪਰ ਇਹ ਤਾਂ ਪ੍ਰਗਟ ਹੋਣਗੀਆਂ ਜੇ ਅਸੀਂ ਪੂਰੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਹਦੀ ਕਮਾਈ ਕਰਾਂਗੇ। ਜਿਵੇਂ ਕਿ ਉਦਾਹਰਨਾਂ ਦਿੱਤੀਆਂ ਗਈਆਂ, ਲੱਕੜ ਦੇ ਅੰਦਰ ਅਗਨੀ ਹੈ। ਆ ਜਿਤਨੀਆਂ ਲੱਕੜਾਂ ਹਨ ਸਾਹਮਣੇ ਸਾਰੇ ਅੱਗ ਨਾਲ ਭਰਪੂਰ ਨੇ, ਪਰ ਜਿੰਨਾ ਚਿਰ ਇਸ ਲੱਕੜ ਨੂੰ ਅੱਗ ਬਾਹਰੋਂ ਨਾ ਲਾਈਏ ਇਹਦੇ ਵਿਚਲੀ ਅੱਗ ਪ੍ਰਗਟ ਨਹੀਂ ਹੋਵੇਗੀ। ਇਸੇ ਤਰ੍ਹਾਂ ਸਾਹਮਣੇ ਦੁੱਧ ਵਿੱਚ ਘਿਓ ਹੈ, ਪਰ ਜਿੰਨਾ ਚਿਰ ਤਰਤੀਬਵਾਰ ਤਰੀਕੇ ਨਾਲ ਉਸ ਦੁੱਧ ਨੂੰ ਜਮਾ ਕੇ ਦਹੀਂ ਬਣਾ ਕੇ ਫਿਰ ਉਹਨੂੰ ਰੱਖਿਆ ਨਹੀਂ ਜਾਂਦਾ, ਫਿਰ ਉਹਨੂੰ ਰਿੜਕਿਆ ਨਹੀਂ ਜਾਂਦਾ, ਉਹਦੇ ਵਿੱਚੋਂ ਘਿਓ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਇਸ ਦੇਹੀ ਦੇ ਵਿੱਚ ਜਿਹੜੀਆਂ ਚੀਜ਼ਾਂ ਅਕਾਲ ਪੁਰਖ ਨੇ ਪਾਈਆਂ ਨੇ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਾਇਆ ਹੈ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਇਸ ਦੇਹ ਵਿੱਚ ਅੰਮ੍ਰਿਤ ਵੀ ਵਾਹਿਗੁਰੂ ਨੇ ਪਾਇਆ, ਬੜਾ ਮਿੱਠਾ ਅੰਮ੍ਰਿਤ, ਜਿਹਨੂੰ ਪੀ ਕੇ ਤਮਾਮ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕਦਾ ਹੈ। ਜ਼ਿੰਦਗੀ ਸੁਰਖਰੂ ਹੋ ਸਕਦੀ ਹੈ, ਜ਼ਿੰਦਗੀ ਦੇ ਸਾਰੇ ਸਵਾਲ ਹੱਲ ਕੀਤੇ ਜਾ ਸਕਦੇ ਹਨ। ਪਰ ਹੁਣ ਸਿਰਫ ਕਾਰਨ ਇਹ ਹੈ ਵੀ ਸਰੀਰ ਦੇ ਵਿੱਚੋਂ ਉਹ ਹੀ ਚੀਜ਼ਾਂ ਪ੍ਰਗਟ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਬਾਹਰੋਂ ਇਹਨਾਂ ਦੀ ਸੰਗਤ ਕਰਨੀ। ਜਿਹੜੀਆਂ ਚੀਜ਼ਾਂ ਨੂੰ ਬਾਹਰੋਂ ਅਸੀਂ ਇਕੱਠਾ ਕਰਨੇ ਆ, ਸਰੀਰ ਦੇ ਨਾਲ ਸੰਬੰਧਿਤ ਕਰਨੇ ਆ, ਉਹ ਚੀਜ਼ਾਂ ਸਾਡੀ ਦੇਹ ਵਿੱਚੋਂ ਪ੍ਰਗਟ ਹੋ ਜਾਣਗੀਆਂ। ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਅੰਦਰੋਂ ਨਹੀਂ ਖੋਜਦੇ ਉਹ ਇਸੇ ਤਰ੍ਹਾਂ ਪਈਆਂ ਰਹਿਣਗੀਆਂ। ਜਿਵੇਂ ਕਿ ਇੱਕ ਗੁਰਮੁਖ ਤੇ ਮਨਮੁਖ ਸ਼ਬਦ ਹੈ। ਮਨਮੁਖ ਦਾ ਅਰਥ ਹੈ ਜਿਹੜਾ ਮਨ ਦੀਆਂ ਉਹਨਾਂ ਆਦਤਾਂ ਨੂੰ ਵਰਤਦਾ ਹੈ ਜਿਹੜੀਆਂ ਸਰੀਰ ਨਾਲ ਸੰਬੰਧ ਰੱਖਦੀਆਂ ਨੇ, ਤਾਂ ਉਹ ਸਰੀਰ ਦੇ ਵਿੱਚੋਂ ਪ੍ਰਗਟ ਹੋ ਜਾਂਦੀਆਂ ਹਨ। ਪਰ ਜਿਹੜਾ ਗੁਰਮੁਖ ਹੈ ਉਹ ਨਾਮ ਦੀ ਵਰਤੋਂ ਕਰਦਾ, ਪੂਰੇ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਜਪਦਾ ਹੈ, ਤੇ ਫਿਰ ਇਸ ਨਾਮ ਦੁਆਰਾ ਅੰਦਰੋਂ ਉਹ ਨਾਮ ਪ੍ਰਗਟ ਹੋ ਜਾਂਦਾ, ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਨ ਕਿ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਂਝਾ। ਪੂਰੇ ਗੁਰੂ ਨੇ ਜਿਵੇਂ ਲੱਕੜ ਦੇ ਵਿੱਚ ਅੱਗ ਸੀ, ਪਰ ਬਾਹਰਲੀ ਅੱਗ ਲਾਈ ਤੇ ਤਾਂ ਲੱਕੜ ਦੇ ਵਿੱਚੋਂ ਅੱਗ ਨਿਕਲੀ। ਇਸੇ ਤਰ੍ਹਾਂ ਇਸ ਮਾਸ ਮਿੱਟੀ ਦੇ ਸਰੀਰ ਦੇ ਵਿੱਚ ਵਾਹਿਗੁਰੂ ਦੀ ਪ੍ਰੀਤ, ਉਹਦਾ ਨਾਮ, ਉਹਦੀ ਮੁਹੱਬਤ, ਉਹਦਾ ਸਿਮਰਨ, ਉਹਦੇ ਦੁਆਰਾ ਅੰਮ੍ਰਿਤ ਤਾਂ ਪਾਇਆ ਗਿਆ ਹੈ। ਪਰ ਜਿੰਨਾ ਚਿਰ ਅਸੀਂ ਬਾਹਰੋਂ ਗੁਰੂ ਕੇ ਸ਼ਬਦ ਦੀ ਸੰਗਤ ਸਰੀਰ ਨਾਲ ਸੰਬੰਧ ਨਹੀਂ ਕਰਦੇ, ਉਹਨਾਂ ਚਿਰ ਇਸ ਦੇਹ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਗਟ ਨਹੀਂ ਹੋਵੇਗੀ। ਤਾਂ ਹੀ ਹਜ਼ੂਰ ਨੇ ਸਾਨੂੰ ਅੰਮ੍ਰਿਤ ਬਾਹਰੋਂ ਦਿੱਤਾ। ਜਿਵੇਂ ਕਿ 10 ਪਾਤਸ਼ਾਹੀਆਂ ਤੱਕ ਚਰਨਾ ਅੰਮ੍ਰਿਤ ਇਹ ਸ਼ਬਦ ਵਰਤਿਆ ਜਾਂਦਾ ਰਿਹਾ। ਚਰਨਾ ਅੰਮ੍ਰਿਤ ਦਾ ਅਰਥ ਸੀ ਕਿ ਗੁਰੂ ਦੇ ਚਰਨਾਂ ਦੇ ਵਿੱਚੋਂ ਗੁਰੂ ਕੇ ਸ਼ਬਦ ਦੀ ਪ੍ਰਾਪਤੀ ਕਰਕੇ ਜ਼ਿੰਦਗੀ ਵਿੱਚ ਕਮਾਈ ਕਰਨੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨੂੰ ਬਿਲਕੁਲ ਸਿੱਧੇ ਸ਼ਬਦ ਵਰਤੇ ਤੇ ਇਹਨੂੰ ਸਿੱਧਾ ਅੰਮ੍ਰਿਤ ਕਹਿ ਦਿੱਤਾ। ਨਾਮ ਅੰਮ੍ਰਿਤ, ਅੰਮ੍ਰਿਤ ਛਕਣਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਗੁਰੂ ਕਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦਾ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉਸ ਅੰਮ੍ਰਿਤ ਵਿੱਚ ਕੀ ਹੈ? ਚੀਜ਼ਾਂ ਤੇ ਬਾਹਰਲੀਆਂ ਵਰਤੀਆਂ ਜਾਂਦੀਆਂ ਨੇ, ਬਾਟਾ ਵਰਤਿਆ ਜਾਂਦਾ ਹੈ, ਪਤਾਸੇ ਵਰਤੇ ਜਾਂਦੇ ਨੇ, ਪਾਣੀ ਵਰਤਿਆ ਜਾਂਦਾ ਹੈ, ਖੰਡਾ ਵਰਤਿਆ ਜਾਂਦਾ। ਪਰ ਉਹ ਜਿਹੜਾ ਅੰਮ੍ਰਿਤ ਹੈ ਉਹਦੇ ਦੁਆਲੇ ਬੈਠ ਕੇ ਜਦੋਂ 5 ਪਿਆਰੇ ਸਾਹਿਬਾਨ ਉੱਥੇ ਬਾਣੀ ਪੜ੍ਹਦੇ ਨੇ ਤੇ ਨਾਲੇ ਉਸ
ਬਾਟੇ ਦੇ ਵਿੱਚ ਨਜ਼ਰ ਜਮਾਉਂਦੇ ਨੇ ਆਪਣੀ। ਜਿਹੜੇ ਸ਼ਬਦ ਨੇ ਉਸ ਬਾਟੇ ਦੇ ਵਿੱਚ ਪਏ ਹੋਏ ਪਾਣੀ ਵਿੱਚ ਸਮਾ ਜਾਂਦੇ ਨੇ। ਆਮ ਸਧਾਰਨ ਪਾਣੀ ਅੰਮ੍ਰਿਤ ਦਾ ਰੂਪ ਧਾਰਨ ਕਰ ਜਾਂਦਾ ਹੈ। ਪਾਣੀ ਨੇ ਤੇ ਅਸਰ ਕਬੂਲਣਾ ਹੀ ਹੈ। ਨਾਮ ਦਾ ਅਸਰ ਤੇ ਕੰਧਾਂ ਵੀ ਕਬੂਲ ਜਾਂਦੀਆਂ ਨੇ। ਜਿਹੜੀਆਂ ਚੀਜ਼ਾਂ ਬਿਲਕੁਲ ਨਿਰਜਿੰਦ ਨੇ, ਪਾਣੀ ਵਿੱਚ ਤਾਂ ਜੀਵਨ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਇੱਕ ਜਿਉਂਦੀ ਜਾਗਦੀ ਵਸਤੂ ਹੈ। ਪਰ ਸਤਿਗੁਰੂ ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਏ ਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਨਾਮ ਦਾ ਪ੍ਰਭਾਵ ਇਹ ਤਾਂ ਪੱਥਰ ਦੀਆਂ ਕੰਧਾਂ ਤੇ ਵੀ ਇਹਦਾ ਅਸਰ ਪੈਂਦਾ। ਜਿੱਥੇ ਨਾਮ ਜਪਿਆ ਜਾਂਦਾ ਪੱਥਰ ਵੀ ਪ੍ਰਭਾਵਿਤ ਹੋ ਜਾਂਦੇ ਨੇ, ਰੁੱਖ ਵੀ ਪ੍ਰਭਾਵਿਤ ਹੋ ਜਾਂਦੇ ਨੇ, ਧਰਤੀ ਵੀ ਪ੍ਰਭਾਵਿਤ ਹੋ ਜਾਂਦੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਸ ਥਾਂ ਤੇ ਜਿੱਥੇ ਨਾਮ ਜਪਿਆ ਜਾਏ ਉਸ ਘਰ ਤੇ ਵੀ ਪ੍ਰਭਾਵ ਪੈਂਦਾ ਹੈ, ਉੱਥੇ ਰਹਿਣ ਵਾਲੇ ਲੋਕਾਂ ਤੇ ਵੀ ਅਸਰ ਪੈਂਦਾ ਹੈ। ਹਾਂ, ਇੱਕ ਸਤਿਗੁਰੂ ਨੇ ਉਦਾਹਰਨ ਦਿੱਤੀ ਬਾਣੀ ਵਿੱਚ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਲੋਕ ਬਿਲਕੁਲ ਵਿਪਰੀਤ ਬੁੱਧੀ ਵਾਲੇ ਹੁੰਦੇ, ਜਿਵੇਂ ਬਾਣੀ ਵਿੱਚ ਭਾਵੇਂ ਸਭ ਥਾਵਾਂ ਤੇ ਅਸਰ ਪੈਂਦਾ। ਜਿਵੇਂ ਉਦਾਹਰਨ ਦਿੱਤੀ ਗਈ ਚੰਦਨ ਦੀ, ਕਿ ਜਿਸ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਹੋਵੇ ਤੇ ਜਿੰਨੇ ਰੁੱਖ ਨੇ ਸਾਰਿਆਂ ਤੇ ਚੰਦਨ ਦਾ ਪ੍ਰਭਾਵ ਪਈ ਜਾਏਗਾ, ਅਸਰ ਪਈ ਜਾਏਗਾ, ਪਰ ਇੱਕ ਬੂਟਾ ਉਹਦੇ ਤੋਂ ਬਚ ਜਾਏਗਾ, ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਉਹ ਬੂਟਾ ਕਿਹੜਾ? ਉਹ ਬਾਂਸ ਦਾ ਬੂਟਾ ਹੈ। ਕਬੀਰ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬੋ ਕੋਏ। ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਵੇਖੋ, ਉਸ ਚੰਦਨ ਤੋਂ ਹਰ ਇੱਕ ਬੂਟੇ ਨੇ ਸੁਗੰਧੀ ਲੈ ਲਈ, ਸਾਰਿਆਂ ਵਿੱਚੋਂ ਸੁਗੰਧੀ ਆਉਣ ਲੱਗ ਪਈ, ਚੰਦਨ ਦੀ ਪ੍ਰਭਾਵ ਪੈ ਗਿਆ, ਪਰ ਇੱਕ ਰਹਿ ਗਿਆ ਬਿਲਕੁਲ, ਉਹ ਬਾਂਸ ਸੀ। ਕਿਉਂਕਿ ਬਾਂਸ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੁੰਦੀ, ਉਹ ਆਪਣੇ ਉੱਤੇ ਕਿਸੇ ਦਾ ਅਸਰ ਨਹੀਂ ਪੈਣ ਦਿੰਦਾ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਬਿਲਕੁਲ ਖੁਸ਼ਕੀ ਹੈ, ਹੰਕਾਰ ਇੰਨਾ ਸਖਤ, ਇੰਨਾ ਪ੍ਰਬਲ ਹੈ, ਉਹ ਇਸ ਤਰ੍ਹਾਂ ਗੁਰੂ ਦੇ ਕੋਲ ਰਹਿੰਦਿਆਂ ਵੀ, ਗੁਰੂ ਕੇ ਸ਼ਬਦ ਦੇ ਕੋਲ ਵਿਚਰਦਿਆਂ ਵੀ, ਉਹਨਾਂ ਦੇ ਬਾਂਸ ਵਰਗੇ ਮਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਉਹਦੇ ਤੋਂ ਖਾਲੀ ਰਹਿ ਜਾਂਦੇ ਹਨ। ਤਾਂ ਕੁਝ ਵਿਰਲੇ ਲੋਕ ਨੇ, ਬਿਲਕੁਲ ਥੋੜ੍ਹੇ, ਜਿਨ੍ਹਾਂ ਤੇ ਗੁਰੂ ਕੇ ਸ਼ਬਦ ਦਾ ਪ੍ਰਭਾਵ ਨਾ ਪਵੇ। ਨਹੀਂ ਤੇ ਆਮ ਤੌਰ ਤੇ ਇਹ ਅਸਰ ਤੁਸੀਂ ਵੇਖੋਗੇ ਇਤਿਹਾਸ ਦੇ ਵਿੱਚ ਰੁੱਖਾਂ ਤੇ ਵੀ ਪਿਆ ਹੈ, ਬਿਰਖਾਂ ਤੇ ਪਿਆ ਹੈ, ਰੇਠਿਆਂ ਤੇ ਪ੍ਰਭਾਵ ਪੈ ਗਿਆ ਗੁਰੂ ਸਾਹਿਬ ਦਾ, ਉਹਨਾਂ ਦਾ ਸੁਭਾਅ ਬਦਲ ਗਿਆ। ਜ਼ਹਿਰੀਲੇ ਜਾਨਵਰਾਂ ਤੇ ਅਸਰ ਪਿਆ, ਸੱਪਾਂ ਤੱਕ ਪ੍ਰਭਾਵ ਪੈ ਗਿਆ, ਧਰਤੀਆਂ ਤੇ ਪ੍ਰਭਾਵ ਪਿਆ, ਖੂਹ ਦੇ ਪਾਣੀਆਂ ਤੇ ਪ੍ਰਭਾਵ ਪੈ ਗਿਆ, ਉਹਨਾਂ ਨੇ ਸੁਭਾਅ ਬਦਲ ਲਿਆ। ਜਿਹੜੇ ਦਿਨ ਰਾਤ ਕਤਲ ਕਰਨ ਵਾਲੇ ਲੋਕ ਸਨ, ਉਹਨਾਂ ਦੇ ਮਨ ਤੇ ਗੁਰਬਾਣੀ ਦਾ ਪ੍ਰਭਾਵ ਪੈ ਗਿਆ, ਗੁਰੂ ਸਾਹਿਬ ਦਾ ਪ੍ਰਭਾਵ ਪਿਆ। ਜਿਹੜੇ ਠੱਗ ਸਨ, ਸੱਜਣ ਵਰਗੇ, ਉਹਨਾਂ ਦਾ ਜੀਵਨ ਤਬਦੀਲ ਹੋ ਗਿਆ। ਹੋਰ ਕਿੰਨੀ ਪ੍ਰਕਾਰ ਦੇ ਲੋਕ ਹਨ ਜਿਨ੍ਹਾਂ ਤੇ ਗੁਰਬਾਣੀ ਦੇ ਸ਼ਬਦ ਦਾ ਬਹੁਤ ਗਹਿਰਾ ਅਸਰ ਹੋਇਆ। ਇਸ ਕਰਕੇ ਇਸ ਸਰੀਰ ਦੇ ਵਿੱਚ ਜਿਹੜੀ ਚੀਜ਼ ਦੀ ਵਰਤੋਂ ਕਰਾਂਗੇ, ਇਹ ਹੁਣ ਸਾਡੇ ਤੇ ਖੜਾ ਹੈ। ਸਤਿਗੁਰੂ ਅੱਜ ਕਹਿ ਰਹੇ ਨੇ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਕਿ ਤੈਨੂੰ ਜਿਹੜੀ ਇਹ ਦੇਹ ਮਿਲੀ ਹੈ ਬੜੀ ਵੱਡੀ ਪ੍ਰਾਪਤੀ। ਆਮ ਤੌਰ ਤੇ ਬੰਦਾ ਝੁਰਦਾ ਰਹਿੰਦਾ ਹੈ ਕਿ ਮੇਰੇ ਕੋਲ ਕੀ ਹੈ, ਮੈਨੂੰ ਪ੍ਰਾਪਤ ਕੀ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਜਿਹੜੀ ਚੀਜ਼ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਤੂੰ ਉਹਦੇ ਬਾਰੇ ਜਾਣਦਾ ਹੀ ਨਹੀਂ ਹੈ। ਉਹ ਵਸਤੂ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਦੇ ਹੁਰੀਆ ਦਾ ਅਰਥ ਹੈ ਦੇ ਸਰੀਰ, ਭਈ ਪ੍ਰਾਪਤ। ਇਹ ਬੜੀ ਵੱਡੀ ਪ੍ਰਾਪਤੀ ਹੈ, ਬੜੀ ਵੱਡੀ ਦਾਤ ਹੈ ਇਸ ਦੇਹ ਦਾ ਮਿਲਣਾ।
गोबिंद मिलन की ए तेरी बरिया। अगे सुचेत कर दिता, कहन लगे वैगुरू नाल जुड़न वास्ते तेनू एक वक्त मिलिया, एक समा मिलिया, एक साधन मिलिया। साधन दे हुंदियां भी हुण जिहड़े साधन दी आपां वरतों नहीं करदे, मान लो उदाहरण के तौर पर आदमी नूं प्यास लगी तो उहदा एक साधन है पानी का गिलास कोल पिया, तो जे उस पानी के गिलास नूं असीं ठीक ढंग नाल पींदे नहीं, प्यास नहीं बुझेगी, काम नहीं देगा। काम तां देगा जो उहदी वरतों करांगे। साडे कोल गर्म कपड़े ने पर आपां उहनां दी वरतों नहीं करदे ठंड विच, तो काम नहीं देणगे सानूं। इसे तरह साडी देह तां बड़ी कीमती है, बड़ियां बख्शां ने दे विच, ते गुरु का शब्द भी बड़ा कीमती है, पर जे असीं वरतों नहीं ना करांगे, एडी कीमती हुंदियां भी इहदा समा हत्थों गुजरदा ही जा रहा, निकलदा जा रहा, असीं उहदी वरतों नहीं कर रहे। उहदी वरतों की करनी है? हजूर कहंदे सास सास सिमरो गोबिंद, मन अंतर की उतरै चिंद। एक एक श्वास दे नाल वैगुरू दे नाम का सिमरन कर, यह है तेरा कारज सब तो जरूरी। मिलन वास्ते आया तू, गोबिंद मिलन की यह तेरी बरिया, ये तेरी वारी। जन्म मिलिया कादे वास्ते है? जोड़ पाउण लई, मिलन वास्ते। साडी जिहड़ी दूरी है अकाल पुरख नालों, वो ने साडे पाप, साडी जिहड़ी दूरी है वो साडे मन की मैल है। हजूर कहंदे तेरे कोल वक्त है, शरीर दे विच गुरु के शब्द द्वारा अपने मन के उत्तों मैल उतार। इनू ज्यों ज्यों लाएगा, ज्यों ज्यों मैल उतरती जाएगी, त्यों त्यों यदी पवित्रता ते दूरी घटती जाएगी, पवित्रता वधती जाएगी। ज्यों ज्यों मन पवित्र होवेगा, ज्यों ज्यों मन दियां मैलां उतरनगियां, मन का अभिमान अहंकार उतरता जाएगा, तो वो कूड़ की कंध जिहड़ी साडे ते वैगुरू दे दरम्यान है, तो दुख वही है, वो टुटदा जाएगा। वो दूरी जदों खत्म हो जाएगी तो तेरा मेल उस सिरजनहार दे नाल बन जाएगा। गोबिंद मिलन की यह तेरी बरिया, अवर काज तेरा कितै ना काम। होर जिन्ने काम तू करदा, सतगुरु ने इत्थे सारिਆਂ ਨੂੰ कह दिता वो किसी काम नहीं, ध्यान दिओ। हालांकि गुरमत दे अंदर सतगुरु ने किरत करने वास्ते क्या है भी काम कर, काम करया कर हत्थां दे नाल। पर इत्थे एक शब्द कह दिता, कहंदे अवर काज तेरा कितै ना काम। ਜਿਹੜੇ तू इत्थे काम कर रहे हैं, इन्हां दी एक सच्चाई है इन्हां कामां दी कि ये इस थां ते इस जमीन ते रहिंदियां तेरे शरीर की पालना वास्ते हैं। इन्हां दी इत्थों तक दौड़ है सिर्फ, ये गल सच है, ਇਹਦੇ ਵਿੱਚ कोई झूठ नहीं, कोई दो राय नहीं कि ਜਿਹੜਾ ਅਸੀਂ ਸਵੇਰ ਤੋਂ ਸ਼ਾਮ तक किरत करने आ, काम करने आ, ਉਹਦਾ सिर्फ ਇੱਕੋ ही प्रयोजन ते सच है कि आ ਜਿਹੜਾ शरीर है, ਇਹਦੇ वास्ते वो रोजी रोटी का साधन, रहन वास्ते मकान, ते आउण वाले ਜਿਹੜੇ परिवार वास्ते साधन बनता है। पर जिथे जाके मनुख इन्ना समझ लेंदा है कि ये धन कमाउणा मेरी जिंदगी का मिशन ते प्रयोजन है, उत्थे जाके एक किरत जिहड़ी है एक कैद बन जाती है, एक जेल खाना बन जाता है। किरत उत्थे कैद, उत्थे जेल खाना है। किरत की कैद विच मनुख सारी उम्र प्या रहिंदा, घूमी जाता उत्थे सलाखां दे पिछे। पर जे सिर्फ गुजरान वास्ते होवे, लोड़ वास्ते हो, फिर किरत जिहड़ी है ये भी धर्म है। पर जे कल्ली किरत रह गई, कल्ला काम रह गया, काम तो करता है। कई बार आप कह दें मैनू की लोड़ है बाणी पढ़न की, सिमरन करन दी, क्योंकि मैं ना नशा खांदा हाँ, ना मैं झूठ बोलता हाँ, किरत करी दी है, हक की कमाई करी दी, वो एक वक्री चीज़ है।
वो चीज़ एक होर है, पर नाम जपना एक वक्री चीज़ है। दो वक्रियां वक्रियां चीज़ां ने, दो पहिए ने गड्डी दे। चंगा काम करना, चंगी किरत करनी, शुभ किरत करनी, और नाम जपना दो पैर ने, दो खंभ ने। हुण जे असीं कहीए भी एक खंभ साडे कोल होवे, काम तां असीं सारे चंगे करने, पर घड़ी बैठ के अकाल पुरख वाहिगुरू की बंदगी नहीं करते सवेरे उठ के, अधूरा है जीवन। एक खंभ है, ਉਹਦੇ ਨਾਲ ਉੱਡਿਆ नहीं जाएगा। पर जे असीं कल्ला नाम जपी जाने आ, साडी किरत शुद्ध नहीं, साडे ਕੰਮਾਂ ਦੇ ਵਿੱਚ ਝੂਠ है, साडे कारोबार इस तरह के ने जिहड़े संसार का नुकसान करते हैं, साडी किरत ठीक नहीं। बहुतात विच इस तरह दो हिस्सिਆਂ ਵਿੱਚ जगत वंडिया होया है। अद्धे असी पाठ करने आ, सिमरन करने आ, ते जदों असी वरताव वेने आ अपना संसार विच, ਜਿਹੜੇ ਕੰਮ ਵਿੱਚ ਪੈਨੇ आ उत्थे झूठ भी हुंदा है, उत्थे असी गलत भी बोलते आ, दूजे दा हक भी खोने आ। उस हालत विच कीता होया पाठ ते सिमरन काम नहीं देता। पर दूजा हिस्सा जिहड़ा अपने आप नूं बड़ा पवित्र ते हल ते नहाता कहंदा भी मैं बहुत सुचा, मैनूं मैं गलत करदा ही नहीं, पर वो सिमरन नहीं करता, वो भी उहदे नाल दा ही है। क्योंकि शुभ कर्म करने इस तरह जिवें कोई जिमीदार अपनी जमीन नूं सोधे, पूरी तरह वाहे, चंगी तरह उहदा घाह बूट पुट देवे, सब कुछ करे, पर उहदे विच बीज ना बीजे। तुसीं अपने आप अनुमान लाओ भी वो मेहनत किहड़े काम आई। जमीन नूं ते सोध लिया, जमीन नूं वाह लिया, जमीन नूं वत्तर भी लै आंदा, सारियां मेहनतां कर लईआं, थक भी गए, पर जिद्दण बीज बीजना सी ना, उदण कह दिता जी नहीं बीज की तो लोड़ ही कोई नहीं, बस साड़ी तो जमीन बड़ी वधिया, असी तो सच बोलने जी, सानू तो सिमरन करन दी लोड़ ही नहीं, सिमरन है जी सच बोलना। साडे प्रचारक भी हुण कहण लग पए, वो कहंदे जी सच बोलो, एक दूजे विच रब वेखो, बस सिमरन यही है। वाहिगुरू नहीं कहना मूँह तो, नाम नहीं जपना, नितनेम नहीं करना। ये असी लोगों को गुमराह कर रहे हैं, आप भी गुमराह होए। तो दूजे पासे जब साडे सज्जन बस दिन रात जपण की गल करते हैं, जदों निजी जिंदगी में जाके वेखीए तो उत्थे साध संगत गुरमत नहीं हुंदी, वो भी अधूरा रह जाता है। सच्चे पातशाह ने दोवां चीज़ों को जोड़ दिता, इकट्ठा किया कि जदों दोवें खंभ इकट्ठे हिलाएगा तो उडेगा। नाम भी जप, किरत भी सोहनी कर, काम सोहना कर। गुरु साहब को जिन्ने लोग आए, सतगुरु ने उन्होंने एको ही गल पूछी कि तू काम की करना है, कारोबार की करना है। ये नहीं हो सकता एक आदमी ठेका खोल के शराब की दुकान खोल के बेचता होवे, वो कहे जी मैं तो आप नहीं जाता, नौकर बिठाया होया अते मैं वेचदा तो वही है, मैं किहड़ा हथ लाउना, पर जिहड़ी उहदी माया हुंदी वो मैं लै लेना। उहदे विचों दसवंध गुरुद्वारे दे दईदा, लंगर वरता दईदा। सतगुरु ने ऐसे काम नूं प्रवान नहीं किया। ख्याल रख, जदों कारज ही शुद्ध नहीं है, जदों किरत ही सुची नहीं है, उहदे विच ही अपराध है, उहदे च धोखा है, तो उहदे विच आपां दसवंध भी कढ देंगे, उहदे विच आपां नितनेम भी कर लांगे, उहदे विच की बनेगा। आदमी रखे हुए ने कहते वो काम करते, तुसीं हैरान होवोगे फीलिंग स्टेशन ने डीजल दे पेट्रोल दे इन्हां देशां दे विच वड्डे वड्डे लोकां दे ने, धार्मिक लोग ने बड़े वड्डे हो, तो उत्थे नाल दुकान है, नाल सिगरट विकदी है, वो सिगरट की वेचण की कमाई उन्हां नूं जांदी है। हुण की असीं सोचने आ भी इस कमाई का प्रभाव साडे जीवन ते नहीं पेगा? कमाई का प्रभाव पैंदा जीवन, असीं जिवें दा काम करने आ, जिवें दी कमाई आप खाने आ, उस खाने पीने का प्रभाव पैंदा साडे जीवन ते। गुरु नानक साहब सच्चे पातशाह जी जदों भरमण करदे उस थां ते पहुँचे जिथे एक नूर शाह जादूगर नहीं सी,
ਉਹਨੇ ਬਹੁਤ ਪਖੰਡ ਚਲਾਇਆ ਸੀ। ਰਿੱਧੀਆਂ ਸਿੱਧੀਆਂ ਸਿੱਖ ਕੇ, ਤੰਤਰ ਮੰਤਰ ਸਿੱਖ ਕੇ ਲੋਕਾਂ ਨੂੰ ਪਿੱਛੇ ਲਾ ਲੈਣਾ, ਗੁੰਮਰਾਹ ਕਰਨਾ, ਸੱਚੇ ਮਾਰਗ ਤੋਂ ਭਟਕਾ ਦੇਣਾ। ਸਤਿਗੁਰੂ ਉਹਨੂੰ ਸਿੱਧੇ ਰਾਹ ਪਾਉਣ ਵਾਸਤੇ ਪਹੁੰਚੇ। ਜਦੋਂ ਉਹਨੂੰ ਸਮਝ ਆ ਗਈ, ਸਤਿਗੁਰਾਂ ਤੇ ਸ਼ਰਧਾ ਉਹਨੇ ਧਾਰਨ ਕੀਤੀ, ਤੇ ਹਜ਼ੂਰ ਦੇ ਕੋਲ ਉਹ ਭੋਜਨ ਦਾ ਥਾਲ ਲੈ ਕੇ ਗਈ ਛਕਾਉਣ ਵਾਸਤੇ। ਸਤਿਗੁਰੂ ਨੇ ਪੁੱਛਿਆ ਕੀ ਹੈ? ਕਹਿਣ ਲੱਗੇ ਜੀ ਆਪ ਜੀ ਦੇ ਚਰਨਾਂ ਵਿੱਚ ਭੋਜਨ ਲੈ ਕੇ ਆਈਏ। ਹਜ਼ੂਰ ਨੇ ਪੁੱਛਿਆ ਕਿੱਥੋਂ ਲਿਆਈਏ? ਇਹ ਤੇ ਤੂੰ ਪਖੰਡ ਕਰ ਕਰਕੇ ਇਕੱਠਾ ਕੀਤਾ ਹੈ, ਕਿਵੇਂ ਲੈ ਕੇ ਆਈਏ? ਸਤਿਗੁਰੂ ਨੇ ਕਿਹਾ ਜਾ ਇਸ ਤਰ੍ਹਾਂ ਝੂਠ ਬੋਲ ਬੋਲ ਕੇ, ਪਖੰਡ ਕਰਕੇ ਤੂੰ ਜਿੰਨਾ ਧਨ ਇਕੱਠਾ ਕੀਤਾ ਉਹ ਸਾਰਾ ਵੰਡ, ਤੇ ਜਦੋਂ ਸਾਰਾ ਧਨ ਵੰਡ ਦੇਗੀ ਉਹਦੇ ਤੋਂ ਬਾਅਦ ਦਿਹਾੜੀ ਕਰਕੇ, ਧਰਮ ਦੀ ਕਿਰਤ ਕਰਕੇ, ਉਹਦਾ ਆਟਾ ਖਰੀਦ ਕੇ ਉਹਦਾ ਪ੍ਰਸ਼ਾਦਾ ਪਕਾ ਕੇ ਲਿਆ, ਫਿਰ ਅਸੀਂ ਛਕਾਂਗੇ। ਉਹਨੇ ਫਿਰ ਇਸੇ ਤਰ੍ਹਾਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਵਾਨ ਕੀਤਾ, ਛਕਿਆ। ਇਸੇ ਤਰ੍ਹਾਂ ਮਲਕ ਭਾਗੋ ਦੀ ਰੋਟੀ ਸਤਿਗੁਰੂ ਨੇ ਨਹੀਂ ਖਾਧੀ। ਕਿਉਂ? ਕਿਉਂਕਿ ਉਹਦੀ ਜਿਹੜੀ ਕਮਾਈ ਸੀ ਉਹ ਹਰਾਮ ਦੀ ਸੀ, ਹਲਾਲ ਦੀ ਨਹੀਂ ਸੀ। ਇਸ ਤਰ੍ਹਾਂ ਸਤਿਗੁਰੂ ਨੇ ਕਿਰਤ ਦੀ ਗੱਲ ਕੀਤੀ। ਕੋਈ ਵੀ ਕੰਮ ਕਰਨੇ, ਅਸੀਂ ਜਿਹੜੇ ਖੇਤਰ ਵਿੱਚ ਕੰਮ ਕਰਨੇ ਆ ਉਹਦੇ ਵਿੱਚ ਨੇਕ ਨੀਤੀ ਚਾਹੀਦੀ ਹੈ, ਭਾਵਨਾ ਚਾਹੀਦੀ ਹੈ, ਇਮਾਨਦਾਰੀ ਚਾਹੀਦੀ। ਇਸ ਕਰਕੇ ਉਹ ਕਾਰਜ ਫਿਰ ਸੁੱਧ ਹੈ। ਤਾਂ ਇਹ ਦੋ ਕਾਰਜ ਨੇ। ਸਤਿਗੁਰੂ ਕਹਿੰਦੇ ਅਵਰ ਕਾਜ। ਅਵਰ ਕਾਜ ਦਾ ਮਤਲਬ ਉਹ ਕੰਮ ਜਿਹੜੇ ਧਰਮਹੀਣ ਹਨ, ਝੂਠ ਨਾਲ ਜੁੜੇ ਹੋਏ। ਤੇਰਾ ਕਿਤਾ ਨਾ ਕਾਮ, ਉਹਨਾਂ ਨੇ ਤੇਰੇ ਕੰਮ ਨਹੀਂ ਆਉਣਾ, ਸਗੋਂ ਗਲਤ ਕੰਮ ਜਿਹੜੇ ਨੇ ਸੰਗਲ ਬਣ ਕੇ ਤੇਰੇ ਗਲੇ ਵਿੱਚ ਪੈਣਗੇ। ਸਾਹਿਬ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧੂਆਂ ਦੀ ਸੰਗਤ ਵਿੱਚ, ਗੁਰਸਿੱਖਾਂ ਦੀ ਸੰਗਤ ਵਿੱਚ ਮਿਲ ਕੇ, ਉਹਨਾਂ ਨਾਲ ਸਾਂਝ ਪਾ ਕੇ, ਉਹਨਾਂ ਨਾਲ ਬਹਿਣ ਖਲੋਣ ਕਰਕੇ, ਉਹਨਾਂ ਦੇ ਨਾਲ ਮਿੱਤਰਤਾ ਪਾ ਕੇ ਤੂੰ ਨਾਮ ਦਾ ਸਿਮਰਨ ਕਰ, ਨਾਮ ਦਾ ਭਜਨ ਕਰ। ਇਹ ਕੰਮ ਤੇਰੇ ਕਰਨ ਲਾਇਕ ਹੈ, ਤੂੰ ਕਰ ਸਕਣਾ। ਇਸ ਕਰਕੇ ਗੁਰਸਿੱਖ ਕੌਣ ਹੈ? ਜਿਹੜਾ ਸਿਮਰਨ ਕਰਦਾ, ਜਿਹੜਾ ਵਾਹਿਗੁਰੂ ਜਪਦਾ ਹੈ ਹਰ ਰੋਜ਼ ਰੂਟੀਨ ਬਣਾ ਕੇ। ਤਾਂ ਫਾਇਦਾ ਹੈ ਗੁਰੂ ਘਰ ਆਉਣ ਦਾ। ਯਾਦ ਰੱਖੀਏ, ਗੁਰਦੁਆਰਾ ਸਾਹਿਬ ਆਉਣਾ, ਸਮਾਗਮਾਂ 'ਤੇ ਆਉਣਾ, ਔਰ ਇਹ ਸਾਰੀਆਂ ਚੀਜ਼ਾਂ ਨੂੰ ਅਟੈਂਡ ਕਰਨ ਦਾ ਲਾਭ ਤਾਂ ਹੈ ਜੇ ਸਾਡੀ ਨਿੱਜੀ ਜ਼ਿੰਦਗੀ ਵਿੱਚ ਹਰ ਰੋਜ਼ ਘੰਟਾ ਅੱਧਾ ਸਿਮਰਨ ਦਾ ਸਮਾਂ ਜਾਂ ਨਿਤਨੇਮ ਦਾ ਸਮਾਂ ਹੈ, ਉਹ ਸਾਨੂੰ ਕਰਨਾ ਅਤ ਜ਼ਰੂਰੀ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕਹਿ। ਸਰੰਜਾਮ ਦੇ ਅਰਥ ਨੇ ਉਦਮ ਕਰਨਾ, ਕਿਉਂਕਿ ਕੋਈ ਵੀ ਸ਼ੁਭ ਕਰਮ ਜਿਹੜਾ ਹੈ ਉਹਦੇ ਵਿੱਚ ਮਨ ਆਲਸੀ ਹੋ ਜਾਂਦਾ ਹੈ। ਆਲਸ ਵਿੱਚ ਦਲੀਲਾਂ ਦਿੰਦਾ ਹੈ ਵੀ ਇਹਦੀ ਕੀ ਲੋੜ ਹੈ, ਛੱਡੋ ਪਰ। ਸੁਣੀ ਵੀ ਜਾਂਦਾ ਹੈ, ਪੜ੍ਹੀ ਵੀ ਜਾਂਦਾ ਹੈ, ਸੋਚਦਾ ਵੀ ਰਹਿੰਦਾ ਹੈ, ਕਰਦਾ ਨਹੀਂ ਉਸ ਨੂੰ, ਕਿਉਂਕਿ ਉਹਦੇ ਪ੍ਰਤੀ ਉਹਦੇ ਵਿੱਚ ਉਦਮ ਨਹੀਂ ਹੁੰਦਾ। ਕੋਈ ਵੀ ਕਾਰਜ ਕਰਨਾ ਜਗਤ ਦਾ ਜਿਹਦੇ ਵਿੱਚ ਉਦਮ ਨਹੀਂ, ਜਿਹਦੇ ਵਿੱਚ ਹਿੰਮਤ ਨਹੀਂ, ਉਹ ਕਾਰਜ ਕਦੀ ਨਹੀਂ ਹੋਵੇਗਾ। ਇਸ ਲਈ ਸਤਿਗੁਰੂ ਨੇ ਸਾਨੂੰ ਭਾਵੇਂ ਬਾਣੀ ਵਿੱਚ ਹਜ਼ੂਰ ਨੇ ਕਿਹਾ ਕਿ ਗਿਣਨ ਨਾਲ ਪ੍ਰੇਮ ਨਹੀਂ ਹੁੰਦਾ, ਪਰ ਬਾਣੀ ਦੇ ਵਿੱਚ ਬਾਣੀਆਂ ਗਿਣ ਕੇ ਦਿੱਤੀਆਂ ਵੀ ਤੂੰ ਆਹ ਬਾਣੀਆਂ ਪੜ੍ਹਨੀਆਂ। ਨਿਤ ਨੇਮ ਦਿੱਤਾ। ਨੇਮ ਦਾ ਮਤਲਬ ਹੈ ਨੇਮ ਨਿਭਾਉਣਾ ਰੋਜ਼, ਕਿਉਂਕਿ ਜਦੋਂ ਨੇਮ ਹੋਵੇਗਾ ਨੇਮ ਨੂੰ ਬੰਦਾ ਨਿਭਾਉਂਦਾ ਹੈ। ਕਈ ਸੱਜਣ ਕਹਿੰਦੇ ਨੇ ਜੀ ਇਹ ਤੇ ਕਰਮ ਕਾਂਡ ਹੈ, ਜੇ ਤੁਸੀਂ ਗਿਣ ਕੇ ਕਰਦੇ ਹੋ, ਇਹ ਤੇ ਕਰਮ ਕਾਂਡ ਹੈ ਜੇ ਗਿਣ ਕੇ ਕਰਦੇ ਹੋ। ਖੁੱਲ੍ਹਾ ਕਰੋ, ਪ੍ਰੇਮ ਨਾਲ ਕਰੋ। ਪ੍ਰੇਮ ਅਜੇ ਆਇਆ ਕਿੱਥੇ ਹੈ? ਅਜੇ ਆਪਾਂ ਪਹੁੰਚੇ ਕਿੱਥੇ ਹਾਂ? ਪਹਿਲੇ ਪ੍ਰੇਮ ਦੀ ਗੱਲ ਕਰਨ ਲੱਗ ਪਏ। ਪਹਿਲਾਂ ਤੇ ਗਿਣਤੀ ਤੋਂ ਗੱਲ ਸ਼ੁਰੂ ਹੁੰਦੀ, ਪਹਿਲਾਂ ਨੇਮ ਤੋਂ ਗੱਲ ਸ਼ੁਰੂ ਹੁੰਦੀ ਹੈ। ਨੇਮ ਉਹ ਚੀਜ਼ ਹੁੰਦੀ ਹੈ ਜਿਹਨੂੰ ਕਰਨਾ ਹੀ ਕਰਨਾ ਹੁੰਦਾ। ਇਸ ਕਰਕੇ ਸਿੱਖ ਉਹ ਜਿਹੜਾ ਨੇਮ ਵਿੱਚ ਹੈ, ਨੇਮ ਹੀ ਪ੍ਰੇਮ ਨੂੰ ਜਨਮ ਦੇਵੇਗਾ। ਨੇਮ ਤੋਂ ਬਿਨਾਂ ਪ੍ਰੇਮ ਨਹੀਂ। ਇਸ ਕਰਕੇ ਸਤਿਗੁਰੂ ਨੇ ਹੁਕਮ ਕੀਤਾ
कि संध्या समय सुने रह रास, शाम नूं रह रास सिख सुने जा करे जरूर करे। वो सिख है शाम दे वेले, ते जे वो रह रास करेगा शाम नूं शराब दे टाइम तो बच जाएगा। ਜਿਹੜੇ लोग कहते ना भी शराब पींदे सारी उम्र बीत गई, छड्डना चाहुंदे आ पर छुटदी नहीं। तो शराब का आम तौर पर टाइम हुंदा है शाम का रह रस का, ਜਿਹੜੇ टाइम ते रह रस पढ़ी जाती सूरज के डुबण का वेला। आम तौर पर मनुखी शरीर दे विच शराब की खिच उस वेले ज़्यादा हुंदी है। हजूर कहते हिम्मत फड़ के गुटका फड़ ली रह रस का, रह रस की बाणी पढ़ ली, तकड़ा हो गए, तेरा मन उस वेले खड़ा हो जाएगा बाणी का, शराब वाले पासे नहीं जाएगा। ये तां बाणी दिती सी, नेम तां दिता सी छडाउण वास्ते सिख। इस करके कहते उदम कर सरंजाम लाग, भवजल तरन कै, भवजल नूं तरन वास्ते, क्योंकि जन्म बिरथा जात रंग माया कै। तेरा जन्म माया दे प्यार विच, माया दी खिच विच, बिरथा दे अर्थ ने व्यर्थ, व्यर्थ ही निकलता जा रहा है। भाव यह है भी सब कुछ हुंदियां भी तू व्यर्थता विच जीवन जी रहा है, माया दे रंग विच, माया दे प्रेम विच। हजूर कहते जप तप संजम धर्म ना कमाया। ये हुण जिहड़ी अखीरली पंक्ति है ना, ये अरदास नाल संबंध रखती है, अरदास नाल इहदा जोड़ है। जप तप संजम ये तीन चीज़ां ने। कहते अरदास कर, ना मेरे कोल जप है, ना मेरे कोल तप है, ना मेरे कोल संजम है। इन्हां चीज़ां दा हंकार छड्ड दे, जप दा हंकार छड्ड, तप दा हंकार छड्ड दे, संजम। धर्म ना कमाया ते ना धर्म की कमाई कीती है। सेवा साध ना जानिया हर राया, साध संगत की सेवा भी नहीं जानी, और वाहिगुरु अकाल पुरख का नाम भी नहीं जपिया। कहो नानक हम नीच कर्मा, शरण परे की राखो शर्मा। ये अरदास करया कर, मेरे नीच कर्म अत नीच हैं। यह अरदास का विषय अपनी नीचता नूं प्रगट करना, अपने चंगेपन नूं प्रगट नहीं करना। अरदास का नियम यह है, अरदास की आरंभता इत्थों हुंदी कि अपने जीवन के उस कर्म नूं, अपनी बुराई नूं, अपने माड़ेपन नूं उजागर करना, सामने लियाउणा। सतगुरु कहते अरदास इस तरह करया कर, कहो नानक हम नीच कर्मा, मेरे कर्म बहुत नीच ने, मेरे अंदर कोई चंगियाई नहीं। शरण परे की राखो शर्मा दे अर्थ ने इज्जत रखनी, शर्म रखनी, लाज पालनी। शरण पै दी लाज पाल लवो। हजूर सच्चे पातशाह गुरु नानक साहब, गुरु अर्जन देव पातशाह जी इस शब्द दे विच मनुखी देह बड़ी कीमती है, और इस देह के द्वारा सानू नाम जपना चाहिए है। उदम करके मेहनत करके इस संसार के बाकी दे कारज कम आने वाले नहीं, सिर्फ नाम ही कम आता है। हजूर इत्थे बचन कह रहे ने। आओ साध संगत इत्थे समाप्ति है। इन्नियां बेनतियां आप जी ने प्रवान कर लैणियां। बेअंत प्रकार दीयां भुलां चुकां दी खिमा करनी। फतेह दी सांझ करो। वाहिगुरू जी का खालसा, वाहिगुरू जी की फतेह।